ਪਿਆਰੇ ਦਰਸ਼ਕੋ, ਸਾਡੇ ਮਹਾਨ ਅਤੇ ਸਰਵਸ਼ਕਤੀਮਾਨ ਅਤੇ ਜਲਾਲੀ ਪਰਮੇਸ਼ਵਰ ਜੋ ਕਿ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ, ਤੁਹਾਨੂੰ ਸਭਨਾਂ ਨੂੰ ਜੈ ਮਸੀਹ ਦੀ ਆਖਦੇ ਹਾਂ। ਤੁਹਾਡਾ ਸਭਨਾਂ ਦਾ ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਹੈ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਦੇ ਦੁਆਰਾ ਤੁਹਾਡੇ ਸਾਹਮਣੇ ਇੱਕ ਵਾਰੀ ਫੇਰ ਤੋਂ ਪੇਸ਼ ਹੋ ਰਹੇ ਹਾਂ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਬਾਈਬਲ ਦੀ ਭਵਿੱਖਬਾਣੀ ਦੀ ਕੁੰਜੀ ਦੇ ਉੱਤੇ ਲੜੀਵਾਰ ਅਧਿਐਨ ਕਰਦੇ ਆ ਰਹੇ ਹਾਂ। ਅੱਜ ਸਾਡਾ ਇਸ ਲੜੀ ਦੇ ਅਧੀਨ ਇਹ ਤੀਜਾ ਪ੍ਰੋਗਰਾਮ ਹੈ। ਆਪਣੇ ਪਿਛਲੇ 2 ਪ੍ਰੋਗਰਾਮਾਂ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ ਨਾਲ ਜਾਣ ਪਛਾਣ ਕੀਤੀ ਸੀ। ਅਸੀਂ ਜਾਣਿਆ ਸੀ ਕਿ ਬਾਈਬਲ ਦੀਆਂ ਸਭ ਤੋਂ ਵੱਧ ਜਾਣੀਆਂ ਪਛਾਣੀਆਂ ਕਹਾਣੀਆਂ ਵਿੱਚੋਂ ਕੁਝ ਕਹਾਣੀਆਂ ਦਾਨੀਏਲ ਦੀ ਪੁਸਤਕ ਵਿੱਚ ਪਾਈਆਂ ਜਾਂਦੀਆਂ। ਦਾਨੀਏਲ ਦੀ ਪੁਸਤਕ ਪਰਾਈਆਂ ਕੌਮਾਂ ਦੇ ਸਮਿਆਂ ਦੇ ਬਾਰੇ ਦੀ ਪੁਸਤਕ ਹੈ। ਦਾਨੀਏਲ ਪਰਾਈਆਂ ਕੌਮਾਂ ਦੇ ਸਮੇਂ ਦਾ ਇੱਕ ਨਬੀ ਹੈ। ਉਹ ਇੱਕ ਦਰਸ਼ਨ ਦੇ ਰੂਪ ਵਿੱਚ ਆਪਣੇ ਜ਼ਮਾਨੇ ਦੀਆਂ ਪਰਾਈਆਂ ਕੌਮਾਂ ਦੀਆਂ ਪਾਤਸ਼ਾਹੀਆਂ ਦੇ ਖੜੇ ਹੋਣ ਅਤੇ ਉਹਨਾਂ ਦੇ ਢਹਿ ਜਾਣ ਦੀ ਤਸਵੀਰ ਨੂੰ ਲਿਖਦਾ ਹੈ। ਇਸ ਪੁਸਤਕ ਦੀ ਸਮੀਖਿਆ ਕਰਦੇ ਹੋਏ ਅਸੀਂ ਜਾਣਿਆ ਕਿ ਦਾਨੀਏਲ ਨੇ 4 ਰਾਜਾਂ ਦੀ ਪਾਤਸ਼ਾਹੀ ਦੇ ਵਿੱਚ ਕੰਮ ਕੀਤਾ। ਉਹਨਾਂ ਦੀ ਕਹਾਣੀਆਂ ਦਿਲਚਸਪ ਸਨ। ਇਸ ਤੋਂ ਅਸੀਂ ਜਾਣਿਆ ਕਿ ਦਾਨੀਏਲ ਦੀ ਪੁਸਤਕ ਪਰਮੇਸ਼ਵਰ ਦੇ ਅਧਿਕਾਰ ਦਾ ਇੱਕ ਬਹੁਤ ਉੱਚਾ ਅਤੇ ਸੋਹਣਾ ਨਜ਼ਰੀਆ ਹੈ। ਇਹ ਪੁਸਤਕ ਦੱਸਦੀ ਹੈ ਕਿ ਇੱਕ ਪਰਮੇਸ਼ਵਰ ਹੈ ਜੋ ਆਕਾਸ਼ ਦਾ ਪਰਮੇਸ਼ਵਰ ਹੈ ਅਤੇ ਉਹ ਮਹਾਪਰਮੇਸ਼ਵਰ ਹੈ। ਅਸੀਂ ਜਾਣਿਆ ਕਿ ਇਹ ਮਹਾਪਰਮੇਸ਼ਵਰ ਮਨੁੱਖ ਅਤੇ ਪਾਤਸ਼ਾਹਾਂ ਉੱਤੇ ਰਾਜ ਕਰਦਾ ਹੈ ਅਤੇ ਜਿਹਨੂੰ ਉਹ ਚਾਹੁੰਦਾ ਹੈ ਉਹਨੂੰ ਉਹ ਰਾਜਾ ਬਣਾ ਦਿੰਦਾ ਹੈ। ਹੁਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹੋਏ ਅਸੀਂ ਦਾਨੀਏਲ ਦੀ ਪੁਸਤਕ ਦੇ ਪਹਿਲੇ ਅਧਿਆਇ ਦੀ 1 ਆਇਤ ਤੋਂ ਲੈ ਕੇ 8 ਆਇਤਾਂ ਦੇ ਉੱਤੇ ਗੌਰ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਹੀ ਮਜ਼ਬੂਤ ਮਨ ਵਾਲੇ ਨੌਜਵਾਨ ਬਾਰੇ ਗੌਰ ਕਰਨ ਜਾ ਰਹੇ ਹਾਂ। ਇਸ ਕਰਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣਾ। ਸਾਡੇ ਅੱਜ ਦੇ ਵਿਸ਼ੇ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਨੰਬਰ 1, ਯਹੂਦਾ ਵਿੱਚ ਪਾਈ ਜਾਣ ਵਾਲੀ ਇੱਕ ਮਹਾਨ ਗਿਰਾਵਟ। ਇਹਨਾਂ ਵਚਨਾਂ ਨੂੰ ਅਸੀਂ ਦਾਨੀਏਲ ਦੀ ਪੁਸਤਕ ਦੇ 1 ਅਧਿਆਇ ਦੀ 1 ਤੋਂ ਲੈ ਕੇ 2 ਆਇਤਾਂ ਦੇ ਵਿੱਚ ਵੇਖਾਂਗੇ। ਨੰਬਰ 2, ਮਹਾਨ ਕੂਚ। ਇਸ ਦੇ ਬਾਰੇ ਅਸੀਂ ਦਾਨੀਏਲ ਦੀ ਪੁਸਤਕ ਦੇ ਪਹਿਲੇ ਅਧਿਆਇ ਦੀ 2 ਆਇਤ ਤੋਂ ਲੈ ਕੇ 7 ਆਇਤ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਨੰਬਰ 3, ਉਹ ਮਹਾਨ ਫੈਸਲਾ। ਇਸ ਨੂੰ ਅਸੀਂ ਦਾਨੀਏਲ ਦੀ ਪੁਸਤਕ ਦੇ ਪਹਿਲੇ ਅਧਿਆਇ ਦੀ 8 ਆਇਤ ਦੇ ਵਚਨਾਂ ਵਿੱਚ ਵੇਖਾਂਗੇ। ਦੋਸਤੋ, ਕੀ ਤੁਸੀਂ ਤਿਆਰ ਹੋ ਉਸ ਮਜ਼ਬੂਤ ਮਨ ਵਾਲੇ ਨੌਜਵਾਨ ਨੂੰ ਮਿਲਣ ਦੇ ਲਈ? ਤਾਂ ਫਿਰ ਆਓ ਬਿਨਾਂ ਦੇਰ ਕੀਤੇ ਆਪਣੇ ਅਧਿਐਨ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਤਰ੍ਹਾਂ ਹੋਵੇਗੀ। ਨੰਬਰ 1, ਯਹੂਦਾ ਵਿੱਚ ਪਾਈ ਜਾਣ ਵਾਲੀ ਮਹਾਨ ਗਿਰਾਵਟ। ਦਾਨੀਏਲ ਪਹਿਲਾ ਅਧਿਆਇ 1 ਵਚਨ ਤੋਂ ਲੈ ਕੇ 2 ਵਚਨਾਂ ਤੱਕ। ਭਾਗ ਊੜਾ ਉਸ ਨੇ ਉਹਨਾਂ ਨੂੰ ਉੱਤਰੀ ਰਾਜਾ ਦੇ ਦੁਆਰਾ ਹੀ ਸਜ਼ਾ ਦੇ ਦੁਆਰਾ ਚੇਤਾਵਨੀ ਦਿੱਤੀ ਸੀ। ਭਾਗ ਐੜਾ ਉਸ ਨੇ ਉਹਨਾਂ ਨੂੰ ਨਬੀਆਂ ਦੇ ਪ੍ਰਚਾਰ ਦੇ ਦੁਆਰਾ ਚੇਤਾਵਨੀ ਦਿੱਤੀ ਸੀ। ਨੰਬਰ 2, ਮਹਾਨ ਕੂਚ। ਦਾਨੀਏਲ ਪਹਿਲਾ ਅਧਿਆਇ 2 ਵਚਨ ਤੋਂ ਲੈ ਕੇ 7 ਵਚਨਾਂ ਤੱਕ। ਭਾਗ ਊੜਾ ਪਵਿੱਤਰ ਵਸਤਾਂ ਨੂੰ ਲੈ ਜਾਣਾ। ਭਾਗ ਐੜਾ ਬੰਦੀਆਂ ਨੂੰ ਲੈ ਜਾਣਾ। ਨੰਬਰ 1, ਉਹਨਾਂ ਦੇ ਚੁਣੇ ਜਾਣ ਦੇ ਲਈ ਮਾਪਦੰਡ। ਨੰਬਰ 2, ਉਹਨਾਂ ਦੇ ਪੜ੍ਹਾਏ ਜਾਣ ਲਈ ਪਾਠਕ੍ਰਮ। ਨੰਬਰ 3, ਉਹ ਮਹਾਨ ਫੈਸਲਾ। ਦਾਨੀਏਲ ਪਹਿਲਾ ਅਧਿਆਇ 8 ਵਚਨ। ਭਾਗ ਊੜਾ ਸਫਲ ਹੋਣ ਦੇ ਲਈ ਫੈਸਲਾ ਕਰਨਾ। ਭਾਗ ਐੜਾ ਅਸਫਲਤਾ ਲਈ ਮੂਲ ਆਧਾਰ। ਨੰਬਰ 1, ਉਹ ਜਵਾਨ ਸੀ। ਨੰਬਰ 2, ਉਹ ਘੱਟ ਗਿਣਤੀ ਵਿੱਚ ਸੀ। ਨੰਬਰ 3, ਉਹ ਘਰ ਤੋਂ ਦੂਰ ਸੀ। ਨੰਬਰ 4, ਉਸ ਨੇ ਜੇਕਰ ਅਣਆਗਿਆਕਾਰੀ ਕੀਤੀ ਤਦ ਉਸ ਨੂੰ ਮਾਰਿਆ ਜਾ ਸਕਦਾ ਸੀ। ਨੰਬਰ 5, ਉਹ ਖਾਣ ਅਤੇ ਪੀਣ ਦੇ ਦੁਆਰਾ ਪ੍ਰਭੂ ਦੇ ਲਈ ਲਾਭ ਉਠਾ ਸਕਦਾ ਸੀ। ਭਾਗ ਈੜੀ ਸਫਲਤਾ ਦੇ ਲਈ ਕਾਰਜ। ਮੈਂ ਇਹ ਵਚਨ ਦਾਨੀਏਲ ਨਬੀ ਦੀ ਪੁਸਤਕ ਪਹਿਲਾ ਅਧਿਆਇ 1 ਵਚਨ ਤੋਂ ਲੈ ਕੇ 8 ਆਇਤਾਂ ਵਿੱਚੋਂ ਪੜ੍ਹ ਰਿਹਾ ਹਾਂ।
ਯਹੂਦਾ ਦੇ ਰਾਜਾ ਯਹੋਯਕੀਮ ਦੇ ਰਾਜ ਦੇ ਤੀਜੇ ਵਰ੍ਹੇ ਵਿੱਚ ਬਾਬਲ ਦੇ ਰਾਜਾ ਨਬੂਕਦਨਜ਼ਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰਕੇ ਉਹਦੇ ਆਲੇ ਦੁਆਲੇ ਘੇਰਾ ਪਾਇਆ। ਔਰ ਪ੍ਰਭੂ ਨੇ ਯਹੂਦਾ ਦੇ ਰਾਜਾ ਯਹੋਯਕੀਮ ਨੂੰ ਅਤੇ ਪਰਮੇਸ਼ਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹਦੇ ਹੱਥ ਵਿੱਚ ਕਰ ਦਿੱਤਾ ਅਤੇ ਉਹ ਉਹਨਾਂ ਨੂੰ ਸ਼ਨਿਆਰ ਦੀ ਧਰਤੀ ਵਿੱਚ ਆਪਣੇ ਦਿਉਤੇ ਦੇ ਘਰ ਵਿੱਚ ਲੈ ਗਿਆ ਅਤੇ ਉਹ ਭਾਂਡਿਆਂ ਨੂੰ ਆਪਣੇ ਦਿਉਤੇ ਦੇ ਭੰਡਾਰ ਵਿੱਚ ਲਿਆਇਆ। ਔਰ ਰਾਜੇ ਨੇ ਖੁਸਰਿਆਂ ਦੇ ਸਰਦਾਰ ਅੰਸਪੰਜ ਨੂੰ ਹੁਕਮ ਕੀਤਾ ਕਿ ਉਹ ਇਜ਼ਰਾਈਲੀਆਂ ਵਿੱਚੋਂ ਅਤੇ ਰਾਜੇ ਦੀ ਅੰਸ਼ ਵਿੱਚੋਂ ਅਤੇ ਕੁਲੀਨਾਂ ਵਿੱਚੋਂ ਲੋਕਾਂ ਨੂੰ ਲਿਆ ਕੇ ਪੇਸ਼ ਕਰੇ। ਉਹ ਨਿਰਮਲ ਜ਼ੁਬਾਨ ਸਗੋਂ ਰੂਬੰਤ ਅਤੇ ਸਾਰੀ ਮੱਤ ਵਿੱਚ ਹੁਸ਼ਿਆਰ ਤੇ ਗਿਆਨਵੰਤ ਤੇ ਵਿਦਵਾਨ ਹੋਣ, ਜਿਨ੍ਹਾਂ ਦੇ ਵਿੱਚ ਇਹ ਸ਼ਕਤੀ ਹੋਵੇ ਭਾਈ ਪਾਤਸ਼ਾਹੀ ਦੇ ਮਹਿਲ ਵਿੱਚ ਖੜੇ ਰਹਿ ਸਕਣ ਅਤੇ ਉਹ ਉਹਨਾਂ ਨੂੰ ਕਸਤੀਆਂ ਦੀ ਵਿਦਿਆ ਅਤੇ ਉਹਨਾਂ ਦੀ ਬੋਲੀ ਸਿਖਾਉਣ। ਅਤੇ ਰਾਜੇ ਨੇ ਉਹਨਾਂ ਦੇ ਲਈ ਆਪਣੇ ਸਵਾਦਲੇ ਭੋਜਨਾਂ ਵਿੱਚੋਂ ਅਤੇ ਆਪਣੇ ਪੀਣ ਦੀ ਸ਼ਰਾਬ ਵਿੱਚੋਂ ਨਿਤ ਦਿਹਾੜੇ ਦਾ ਹਿੱਸਾ ਠਹਿਰਾਇਆ ਕਿ 3 ਵਰ੍ਹਿਆਂ ਤੀਕਰ ਉਹ ਪਾਲੇ ਜਾਣ, ਤਾਂ ਜੋ ਉੜਕ ਨੂੰ ਉਹ ਰਾਜੇ ਦੀ ਦਰਗਾਹ ਖੜੇ ਹੋਣ। ਅਤੇ ਉਹਨਾਂ ਵਿੱਚੋਂ ਯਹੂਦਾ ਦੇ ਵੰਸ਼ ਵਿੱਚੋਂ ਦਾਨੀਏਲ, ਹਨਨੀਆ, ਮਿਸ਼ਾਏਲ ਅਤੇ ਅਜਰਜਾ ਸਨ। ਅਤੇ ਖੁਸਰਿਆਂ ਦੇ ਸਰਦਾਰ ਨੇ ਉਹਨਾਂ ਦੇ ਨਾਂ ਇਹ ਰੱਖੇ। ਉਹਨੇ ਦਾਨੀਏਲ ਨੂੰ ਬਲੇਸ਼ਰ ਔਰ ਹਨਨੀਆ ਨੂੰ ਸ਼ਦਰਕ ਅਤੇ ਮਿਸ਼ਾਏਲ ਨੂੰ ਮੇਸ਼ਕ ਅਤੇ ਅਜਰਜਾ ਨੂੰ ਅਬੇਦਨਗੋ ਆਖਿਆ। ਪਰ ਦਾਨੀਏਲ ਨੇ ਆਪਣੇ ਦਿਲ ਵਿੱਚ ਮਨਸ਼ਾ ਬੰਨੀ ਭਾਈ ਆਪਣੇ ਤਾਈਂ ਰਾਜੇ ਦੇ ਸਵਾਦਲੇ ਭੋਜਨਾਂ ਨਾਲ ਅਤੇ ਉਹਦੀ ਸ਼ਰਾਬ ਨਾਲ ਜਿਹੜੀ ਉਹ ਪੀਂਦੇ ਸੀ ਨਪਾਕ ਨਾ ਕਰੇ। ਇਸ ਕਰਕੇ ਉਸਨੇ ਖੁਸਰਿਆਂ ਦੇ ਸਰਦਾਰ ਦੇ ਅੱਗੇ ਬੇਨਤੀ ਕੀਤੀ ਭਾਈ ਉਹ ਆਪਣੇ ਆਪ ਨੂੰ ਨਪਾਕ ਕਰਨ ਤੋਂ ਮਾਫ ਕੀਤਾ ਜਾਵੇ। ਅਸੀਂ ਇਹਨਾਂ ਐਤਾਂ ਤੇ ਅਧਿਐਨ 3 ਭਾਗਾਂ ਵਿੱਚ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਮਹਾਨ ਗਿਰਾਵਟ ਅਤੇ ਦੂਸਰਾ ਹੈ ਮਹਾਨ ਕੂਚ ਅਤੇ ਤੀਸਰਾ ਹੈ ਮਹਾਨ ਫੈਸਲਾ। ਨੰਬਰ 1, ਯਹੂਦਾ ਵਿੱਚ ਪਾਈ ਜਾਣ ਵਾਲੀ ਮਹਾਨ ਗਿਰਾਵਟ। ਦਾਨੀਏਲ ਪਹਿਲਾ ਅਧਿਆਇ 1 ਵਚਨ ਤੋਂ ਲੈ ਕੇ 2 ਵਚਨਾਂ ਤੱਕ। ਜਦੋਂ ਅਸੀਂ ਆਪਣੀ ਬਾਈਬਲ ਵਿੱਚੋਂ ਕਿਸੇ ਕਿਤਾਬ ਦੇ ਪਹਿਲੇ ਕੁਝ ਵਚਨਾਂ ਨੂੰ ਪੜ੍ਹਦੇ ਹਾਂ, ਜਾਣ ਪਛਾਣ ਕਰਾਉਣ ਵਾਲੇ ਵਿਖਿਆਨ ਜਿਵੇਂ ਕਿ ਅਸੀਂ ਹੁਣੇ ਦਾਨੀਏਲ ਦੀ ਪੁਸਤਕ ਵਿੱਚੋਂ ਪੜ੍ਹਿਆ ਹੈ, ਸਾਡੇ ਲਈ ਇਹ ਆਸਾਨ ਹੁੰਦਾ ਹੈ ਕਿ ਅਸੀਂ ਬਸ ਉਸ ਵਿਖਿਆਨ ਨੂੰ ਪੜ੍ਹੀਏ ਅਤੇ ਫਿਰ ਉਸ ਅਧਿਆਇ ਦੀ ਮੁੱਖ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਮਿਸਾਲ ਵਜੋਂ ਦਾਨੀਏਲ ਨਬੀ ਦੀ ਪੁਸਤਕ ਪਹਿਲਾ ਅਧਿਆਇ ਉਹਦੀ ਪਹਿਲੀ ਐਤ ਨੂੰ ਲਓ। ਯਹੂਦਾ ਦਾ ਰਾਜਾ ਯਹੋਯਕੀਮ ਦੇ ਰਾਜ ਦੇ ਤੀਜੇ ਵਰ੍ਹੇ ਵਿੱਚ ਬਾਬਲ ਦੇ ਰਾਜਾ ਨਬੂਕਦਨਜ਼ਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰਕੇ ਉਹਦੇ ਆਲੇ ਦੁਆਲੇ ਘੇਰਾ ਪਾਇਆ। ਨੇਕ ਪੁਰਸ਼ੋ ਅਤੇ ਔਰਤੋ, ਯਹੂਦਾ ਦੀ ਗਿਰਾਵਟ ਜੋ ਕਿ ਇਜ਼ਰਾਈਲ ਦਾ ਦੱਖਣੀ ਰਾਜਾ ਸੀ, ਇਸ ਦੇ ਆਰੰਭਿਕ ਪੜਾਵਾਂ ਦੇ ਵੱਲ ਇਸ ਐਤ ਦੇ ਦੁਆਰਾ ਇਸ਼ਾਰਾ ਕੀਤਾ ਗਿਆ ਹੈ। ਕਿੰਨਾ ਭਿਆਨਕ ਅਤੇ ਗੈਰ ਜ਼ਰੂਰੀ ਯਹੂਦਾ ਦਾ ਗਿਰਨਾ ਸੀ। ਯਹੂਦਾ ਪਰਮੇਸ਼ਰ ਦੇ ਚੁਣੇ ਹੋਏ ਲੋਕ ਇੱਕ ਵਿਦੇਸ਼ੀ ਮੁਲਕ ਨੂੰ ਲਿਜਾਏ ਗਏ ਸਨ ਅਤੇ ਇੱਕ ਵਿਦੇਸ਼ੀ ਸ਼ਕਤੀ ਦੇ ਅਧੀਨ ਕੀਤੇ ਗਏ ਸਨ ਅਤੇ ਉਹਨਾਂ ਨੂੰ ਇਹੋ ਜਿਹੇ ਮੁਲਕ ਦੇ ਵਿੱਚ ਲਿਜਾਇਆ ਗਿਆ ਸੀ ਜੋ ਉਹਨਾਂ ਦਾ ਆਪਣਾ ਨਹੀਂ ਸੀ ਅਤੇ ਉਹਨਾਂ ਦੇ ਜੀਵਨਾਂ ਵਿੱਚ ਪਰਮੇਸ਼ਰ ਦੇ ਸਥਾਨ ਤੋਂ ਦੂਰ ਲਿਜਾਏ ਗਏ ਸਨ। ਕਈ ਦਿਨਾਂ ਦੇ ਸਮੇਂ ਦੇ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਇਹ ਦਿਨ ਸੱਚਮੁੱਚ ਉਹਨਾਂ ਦੇ ਜੀਵਨ ਦੇ ਵਿੱਚ ਆਵੇਗਾ ਜੇਕਰ ਉਹਨਾਂ ਨੇ ਤੌਬਾ ਨਾ ਕੀਤੀ। ਪਰਮੇਸ਼ਰ ਨੇ ਦੱਖਣੀ ਪਾਤਸ਼ਾਹੀ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹਨਾਂ ਦੇ ਪਾਪ ਦਾ ਨਿਆਂ ਉਹ ਕਰੇਗਾ। ਉਸ ਦੀਆਂ ਚੇਤਾਵਨੀਆਂ ਦੇ ਵੱਲ ਗੌਰ ਨਹੀਂ ਸੀ ਕੀਤਾ ਗਿਆ ਅਤੇ ਇੱਕ ਦਿਨ ਉਸ ਦਾ ਨਿਆਂ ਆਣ ਪਿਆ ਜਦੋਂ ਨਬੂਕਦਨਜ਼ਰ ਨੇ ਬਾਬਲ ਤੋਂ ਆਪਣੀਆਂ ਫੌਜਾਂ ਨੂੰ ਲਿਆਂਦਾ ਅਤੇ ਉਹਨਾਂ ਨੂੰ ਯਰੂਸ਼ਲਮ ਵੱਲ ਤੋਰਿਆ ਅਤੇ ਉਸ ਨੇ ਉਸ ਕਬਜ਼ੇ ਦਾ ਆਰੰਭ ਕੀਤਾ ਜੋ ਕਿ ਪਹਿਲੀ ਐਤ ਵਿੱਚ ਜ਼ਿਕਰ ਕੀਤਾ ਗਿਆ ਹੈ। ਪਰਮੇਸ਼ਰ ਦੇ ਨਿਆਂ ਦਾ ਹੱਥ ਉਸ ਮੁਲਕ ਦੇ ਲੋਕਾਂ ਦੇ ਉੱਤੇ ਪੈਣਾ ਆਰੰਭ ਹੋ ਚੁੱਕਾ ਸੀ। ਭਾਗ ਊੜਾ, ਉਸ ਨੇ ਉੱਤਰੀ ਪਾਤਸ਼ਾਹੀ ਦੇ ਸਜ਼ਾ ਦੇ ਦੁਆਰਾ ਉਹਨਾਂ ਨੂੰ ਚੇਤਾਵਨੀ ਦਿੱਤੀ। ਇਹ ਤਾਂ ਬਹੁਤ ਹੀ ਗੈਰ ਜ਼ਰੂਰੀ ਸੀ ਕਿਉਂਕਿ ਪਰਮੇਸ਼ਰ ਨੇ ਕਈ ਤਰੀਕਿਆਂ ਨਾਲ ਉਹਨਾਂ ਨੂੰ ਦੱਸਿਆ ਸੀ ਅਤੇ ਕਈ ਦਿਨਾਂ ਦੇ ਸਮੇਂ ਤੋਂ ਉਹਨਾਂ ਨੂੰ ਦੱਸ ਚੁੱਕਾ ਸੀ ਤਾਂ ਕਿ ਉਹ ਤੌਬਾ ਕਰ ਸਕਣ ਅਤੇ ਉਸ ਦੀ ਸਜ਼ਾ ਨੂੰ ਰੋਕਿਆ ਜਾ ਸਕੇ। ਸਭ ਤੋਂ ਪਹਿਲਾਂ ਪਰਮੇਸ਼ਰ ਨੇ ਉੱਤਰੀ ਪਾਤਸ਼ਾਹੀ ਦੀ ਸਜ਼ਾ ਦੇ ਦੁਆਰਾ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ। ਆਪ ਜਾਣਦੇ ਹੋ, ਮੈਨੂੰ ਪੂਰੀ ਨਿਸ਼ਚਿੰਤਾ ਹੈ ਕਿ ਜੇਕਰ ਆਪ ਪੁਰਾਣੇ ਨੇਮ ਦਾ ਅਧਿਐਨ ਕਰੋ ਕਿ ਸੁਲੇਮਾਨ ਦੇ ਰਾਜ ਦੇ ਅੰਤ ਵਿੱਚ ਉਸ ਦੇ ਪਾਪ ਦੇ ਕਾਰਨ ਪਰਮੇਸ਼ਰ ਨੇ ਪਾਤਸ਼ਾਹੀ ਨੂੰ ਉਸ ਤੋਂ ਖੋਹ ਲਿਆ ਸੀ ਅਤੇ ਇਸ ਨੂੰ 2 ਭਾਗਾਂ ਵਿੱਚ ਵੰਡ ਦਿੱਤਾ ਸੀ, ਜਿਸ ਦੇ ਅਧੀਨ ਉਸਨੇ 10 ਗੋਤਰ ਉੱਤਰੀ ਪਾਤਸ਼ਾਹੀ ਨੂੰ ਦਿੱਤੇ ਸਨ ਅਤੇ 2 ਗੋਤ ਦੱਖਣੀ ਪਾਤਸ਼ਾਹੀ ਨੂੰ।
ਉੱਤਰੀ ਪਾਤਸ਼ਾਹੀ ਦਾ ਸ਼ਾਸਕ ਇੱਕ ਗੋਰੇਵਾਨ ਪਹਿਲੇ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਮਨੁੱਖ ਸੀ। ਉਹ ਇੱਕ ਦੁਸ਼ਟ, ਇੱਕ ਭੈੜਾ ਮਨੁੱਖ ਸੀ, ਜਿਸ ਨੇ ਉੱਤਰੀ ਪਾਤਸ਼ਾਹੀ ਦੇ ਲੋਕਾਂ ਨੂੰ ਬੁੱਤ ਪ੍ਰਸਤੀ ਦੇ ਵਿੱਚ ਪਾ ਦਿੱਤਾ ਸੀ। ਉਸ ਨੇ ਬੱਚੇ ਦੀ ਪੂਜਾ ਨੂੰ, ਜੋ ਕਿ ਮੂਸਾ ਦੇ ਦਿਨਾਂ ਤੋਂ ਸ਼ੁਰੂ ਹੋਈ ਸੀ, ਉਸ ਨੂੰ ਦੁਬਾਰਾ ਫਿਰ ਚਾਲੂ ਕੀਤਾ। ਉਸ ਨੇ ਇੱਕ ਬੱਚਾ ਦਾਨ ਵਿੱਚ ਰੱਖਿਆ ਤੇ ਦੂਸਰਾ ਉਸ ਨੇ ਬੈਤਲ ਵਿੱਚ ਖੜਾ ਕੀਤਾ, ਅਤੇ ਉਸ ਨੇ ਉੱਤਰੀ ਪਾਤਸ਼ਾਹੀ ਦੇ ਲੋਕਾਂ ਨੂੰ, ਜੋ ਕਿ ਇਸਰਾਏਲ ਦੇ ਲੋਕ ਸਨ, ਸਾਮਰੀਆਂ ਦੇ ਲੋਕ, ਉਹਨਾਂ ਨੂੰ ਉਸ ਦੇ ਅੱਗੇ ਮੱਥਾ ਟੇਕਣ ਦਾ ਕਾਰਨ ਮੰਨਿਆ ਸੀ, ਤਾਂ ਕਿ ਉਹ ਉਹਨਾਂ ਨੂੰ ਸੋਨੇ ਦੀਆਂ ਮੂਰਤੀਆਂ ਦੇ ਅੱਗੇ ਮੱਥਾ ਟੇਕਣ ਅਤੇ ਬੁੱਤ ਪ੍ਰਸਤੀ ਕਰਨ। ਪਰਮੇਸ਼ਰ ਦਾ ਕ੍ਰੋਧ ਉਬਲਣਾ ਸ਼ੁਰੂ ਹੋ ਚੁੱਕਾ ਸੀ। ਉਸ ਨੇ ਉੱਤਰੀ ਪਾਤਸ਼ਾਹੀ ਉੱਤੇ ਸਜ਼ਾ ਦੀ ਭਵਿੱਖਬਾਣੀ ਕੀਤੀ ਸੀ, ਅਤੇ ਉਹ ਆਪਣੀਆਂ ਚੇਤਾਵਨੀਆਂ ਦੇ ਪ੍ਰਤੀ ਸੱਚਾ ਸੀ। ਯਸ਼ਾਇਆ ਨਬੀ ਦੀ ਪੁਸਤਕ 10 ਅਧਿਆਇ ਉਸ ਦੀ 5 ਐਤ ਦੇ ਅਨੁਸਾਰ ਉਸ ਨੇ ਅਸ਼ੂਰ ਨੂੰ ਖੜਾ ਕੀਤਾ। ਉਹ ਇਸ ਐਤ ਵਿੱਚ ਅਸ਼ੂਰ ਨੂੰ ਆਪਣੇ ਕ੍ਰੋਧ ਦਾ ਡੰਡਾ ਕਰਕੇ ਆਖਦਾ ਹੈ। ਪਰਮੇਸ਼ਰ ਨੇ ਅਸ਼ੂਰ ਨਾਮ ਦੀ ਦੁਸ਼ਟ ਕੌਮ ਨੂੰ ਖੜਾ ਕੀਤਾ ਅਤੇ ਇਸ ਨੂੰ ਉੱਤਰੀ ਪਾਤਸ਼ਾਹੀ ਉੱਤੇ ਆਪਣੇ ਲਈ ਇਸਤੇਮਾਲ ਕੀਤਾ ਸੀ, ਤਾਂ ਕਿ ਉਹ ਇਸ ਨੂੰ ਕੁਚਲੇ ਅਤੇ ਇਸ ਨੂੰ ਮਿਟਾ ਦੇਵੇ, ਅਤੇ ਇਸ ਦੇ ਲੋਕਾਂ ਨੂੰ ਹਮੇਸ਼ਾ ਵਾਸਤੇ ਅਸ਼ੂਰੀ ਰਾਜ ਦੇ ਵਿੱਚ ਮਿਲਾ ਦੇਵੇ, ਤਾਂ ਕਿ ਦੁਆਰਾ ਫਿਰ ਇਸ ਦੇ ਬਾਰੇ ਕਦੇ ਵੀ ਨਾ ਸੁਣੇ ਜਾ ਸਕਣ। ਉੱਤਰੀ ਪਾਤਸ਼ਾਹੀ ਦੇ ਲਈ ਇਸੇ ਤਰ੍ਹਾਂ ਹੀ ਕੀਤਾ ਗਿਆ ਸੀ, ਅਤੇ ਇਸ ਤੋਂ ਬਾਅਦ ਕੁਝ ਕੁ ਮੀਲ ਦੂਰ ਹੀ ਯਹੂਦਾ ਦੀ ਪਾਤਸ਼ਾਹੀ ਸੀ, ਜੋ ਕਿ ਦੱਖਣੀ ਪਾਤਸ਼ਾਹੀ ਵਜੋਂ ਜਾਣੀ ਜਾਂਦੀ ਸੀ। ਉਹਨਾਂ ਨੇ ਇਹ ਸਭ ਵੇਖਿਆ ਸੀ ਜੋ ਕੁਝ ਪਰਮੇਸ਼ਰ ਕਰ ਰਿਹਾ ਸੀ। ਉਹਨਾਂ ਨੇ ਇਸ ਨੂੰ ਤੱਕਿਆ। ਉਹਨਾਂ ਨੇ ਉੱਤਰੀ ਪਾਤਸ਼ਾਹੀ ਦੇ ਵਿਰੁੱਧ ਪਰਮੇਸ਼ਰ ਦੀਆਂ ਭਵਿੱਖਬਾਣੀਆਂ ਨੂੰ ਸੁਣਿਆ। ਉਹਨਾਂ ਨੇ ਇਸ ਸਭ ਨੂੰ ਆਪਣੀ ਸੋਚ ਦੇ ਵਿੱਚ ਸਮਾਇਆ ਸੀ। ਉਹ ਇਸ ਨੂੰ ਸੁਣ ਚੁੱਕੇ ਸਨ ਅਤੇ ਇਸ ਨੂੰ ਸਮਝ ਚੁੱਕੇ ਸਨ। ਇਸ ਤਰ੍ਹਾਂ ਜਦੋਂ ਉਹ ਸਜ਼ਾ ਉਹਨਾਂ ਉੱਤੇ ਆਣ ਪਈ ਸੀ, ਤਾਂ ਉਹਨਾਂ ਨੇ ਸੋਚਿਆ ਹੋਵੇਗਾ ਕਿ ਯਹੂਦਾ ਦੇ ਲੋਕ ਆਪ ਸੋਚਦੇ ਹੋਣਗੇ ਕਿ ਉਹਨਾਂ ਨੇ ਗੋਡਿਆਂ ਭਰਨੇ ਹੋ ਕੇ ਪਰਮੇਸ਼ਰ ਤੋਂ ਮਾਫੀ ਮੰਗੀ ਹੋਵੇਗੀ, ਅਤੇ ਉਹਨਾਂ ਨੇ ਤੌਬਾ ਕੀਤੀ ਹੋਵੇਗੀ ਅਤੇ ਆਖਿਆ ਹੋਵੇਗਾ, ਹੇ ਪਰਮੇਸ਼ਰ, ਅਸੀਂ ਆਪ ਕੋਲੋਂ ਮਾਫੀ ਮੰਗਦੇ ਹਾਂ, ਤਾਂ ਕਿ ਇਹ ਸਭ ਕੁਝ ਸਾਡੇ ਉੱਤੇ ਨਾ ਆਣ ਪਵੇ। ਪਰ ਉਹਨਾਂ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ। ਉੱਤਰੀ ਪਾਤਸ਼ਾਹੀ ਦੀ ਸਜ਼ਾ ਦਾ ਉਹਨਾਂ ਉੱਤੇ ਕੁਝ ਵੀ ਅਸਰ ਨਹੀਂ ਸੀ ਪਿਆ, ਸਿਵਾਏ ਇਸ ਦੇ ਕਿ ਉਹ ਉਹਨਾਂ ਦੇ ਪਾਪਾਂ ਵਿੱਚ ਹੋਰ ਵੀ ਜ਼ਿਆਦਾ ਗਹਿਰੇ ਨਿੱਗਰ ਗਏ ਸਨ। ਭਾਗ ਐੜਾ। ਪਰਮੇਸ਼ਰ ਨੇ ਨਬੀਆਂ ਦੇ ਪ੍ਰਚਾਰ ਦੇ ਦੁਆਰਾ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ। ਪਰਮੇਸ਼ਰ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ, ਪਰ ਇਹ ਸਿਰਫ ਉੱਤਰੀ ਪਾਤਸ਼ਾਹੀ ਦੀ ਸਜ਼ਾ ਦੇ ਦੁਆਰਾ ਹੀ ਨਹੀਂ ਸੀ ਕੀਤਾ ਗਿਆ। ਉਸ ਨੇ ਤਾਂ ਉਹਨਾਂ ਨੂੰ ਨਬੀਆਂ ਦੀ ਪ੍ਰਚਾਰ ਦੀ ਸੇਵਾ ਦੇ ਦੁਆਰਾ ਹੀ ਚੇਤਾਵਨੀ ਦਿੱਤੀ ਸੀ। ਇਸ ਤੋਂ 150 ਵਰ੍ਹੇ ਪਹਿਲਾਂ ਜੋ ਸਾਡਾ ਅੱਜ ਦਾ ਅਧਿਆਇ ਹੈ, ਉਸ ਦੀ ਪਹਿਲੀ ਐਤ ਤੋਂ ਪਤਾ ਲੱਗਦਾ ਹੈ ਕਿ ਯਸ਼ਾਇਆ ਨਾਂ ਦਾ ਇੱਕ ਵਿਅਕਤੀ ਸੀ, ਜੋ ਕਿ ਪ੍ਰਚਾਰ ਕਰਨ ਅਤੇ ਆਉਣ ਵਾਲੀ ਸਜ਼ਾ ਦੇ ਬਾਰੇ ਭਵਿੱਖਬਾਣੀ ਕਰਨ ਦੇ ਲਈ ਖੜਾ ਹੋਇਆ ਸੀ। ਪੁਰਾਣੇ ਨੇਮ ਦੇ ਵਿੱਚ ਇੱਕ ਬਹੁਤ ਹੀ ਰੋਚਕ ਕਹਾਣੀ ਹੈ, ਜੋ ਕਿ ਭਵਿੱਖਬਾਣੀ ਦਾ ਵਿਸ਼ਾ ਹੈ। ਹਿਜ਼ਕੀਆ, ਜੋ ਕਿ ਯਹੂਦਾ ਦਾ ਉਸ ਵਕਤ ਰਾਜਾ ਸੀ, ਉਸ ਨੇ ਆਪਣੀ ਪਾਤਸ਼ਾਹੀ ਨੂੰ ਆਉਣ ਦੇ ਲਈ ਬਾਬਲ ਤੋਂ ਕੁਝ ਦੋਸਤਾਂ ਨੂੰ ਬੁਲਾਇਆ ਸੀ, ਅਤੇ ਜਦੋਂ ਉਹ ਉੱਥੇ ਆਏ ਸਨ, ਤਦ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੇ ਘਰ ਦੇ ਸਾਰੇ ਖਜ਼ਾਨੇ ਉਹਨਾਂ ਨੂੰ ਦਿਖਾਵੇਗਾ। ਇਸ ਤਰ੍ਹਾਂ ਉਸ ਨੇ ਸਾਰੇ ਖਜ਼ਾਨਿਆਂ ਨੂੰ ਖੋਲ੍ਹਿਆ ਅਤੇ ਉਹਨਾਂ ਨੂੰ ਉਹ ਸਾਰਾ ਸੋਨਾ ਅਤੇ ਗਹਿਣੇ ਅਤੇ ਬਹੁਮੁੱਲੇ ਪੱਥਰ ਦਿਖਾਏ ਸਨ, ਅਤੇ ਉਸ ਨੇ ਉਹਨਾਂ ਨੂੰ ਇਹ ਦੱਸਿਆ ਸੀ ਕਿ ਉਹ ਕਿੰਨਾ ਧਨਵਾਨ ਸੀ। ਇੱਕ ਦਿਨ ਯਸ਼ਾਇਆ ਨਬੀ ਹਿਜ਼ਕੀਆ ਨੂੰ ਮਿਲਣ ਲਈ ਆਇਆ। ਉਸ ਨੇ ਆਖਿਆ, ਹਿਜ਼ਕੀਆ, ਇੱਥੇ ਬਾਬਲ ਤੋਂ ਕੁਝ ਲੋਕ ਆਏ ਸਨ, ਕੀ ਉਹ ਨਹੀਂ ਸੀ ਆਏ? ਉਸ ਨੇ ਆਖਿਆ, ਜੀ ਹਾਂ, ਉਹ ਆਏ ਸਨ। ਅਤੇ ਉਸ ਨੇ ਆਖਿਆ, ਹਿਜ਼ਕੀਆ, ਤੂੰ ਉਹਨਾਂ ਨੂੰ ਕੀ ਵਿਖਾਇਆ ਸੀ? ਅਤੇ ਉਸ ਨੇ ਆਖਿਆ, ਮੈਂ ਉਹਨਾਂ ਨੂੰ ਸਭ ਕੁਝ ਦਿਖਾ ਦਿੱਤਾ। ਮੈਂ ਉਹਨਾਂ ਨੂੰ ਉਹ ਸਭ ਕੁਝ ਵੇਖਣ ਦਿੱਤਾ ਸੀ। ਅਤੇ ਯਸ਼ਾਇਆ ਨੇ ਆਖਿਆ, ਠੀਕ ਹੈ, ਮੈਂ ਤੇਰੇ ਲਈ ਕੁਝ ਭਵਿੱਖਬਾਣੀ ਕਰਨ ਜਾ ਰਿਹਾ ਹਾਂ। ਯਸ਼ਾਇਆ ਨਬੀ ਦੇ ਵਚਨ ਯਸ਼ਾਇਆ ਨਬੀ ਦੀ ਪੁਸਤਕ 39 ਅਧਿਆਇ ਉਸ ਦੀ 6 ਵਚਨ ਤੋਂ ਲੈ ਕੇ 7 ਵਚਨਾਂ ਵਿੱਚ ਇਹ ਲਿਖੇ ਗਏ ਹਨ। ਇਹਨਾਂ ਨੂੰ ਧਿਆਨ ਦੇ ਨਾਲ ਸੁਣੋ। ਵੇਖ, ਉਹ ਦਿਨ ਆਉਂਦੇ ਹਨ ਜਦ ਸਭ ਕੁਝ ਤੇਰੇ ਮਹਿਲ ਵਿੱਚੋਂ ਹੈ, ਜੋ ਕੁਝ ਤੇਰੇ ਪਿਓ ਦਾਦਿਆਂ ਨੇ ਅੱਜ ਦੇ ਦਿਨ ਤਾਈਂ ਇਕੱਠਾ ਕੀਤਾ ਹੈ, ਉਹ ਬਾਬਲ ਨੂੰ ਲੈ ਜਾਣਗੇ। ਕੁਝ ਵੀ ਛੱਡਿਆ ਨਹੀਂ ਜਾਵੇਗਾ, ਯਹੋਵਾ ਆਖਦਾ ਹੈ। ਅਤੇ ਤੇਰੇ ਪੁੱਤਰਾਂ ਵਿੱਚੋਂ ਜੋ ਤੇਥੋਂ ਪੈਦਾ ਹੋਣਗੇ, ਜਿਨ੍ਹਾਂ ਨੂੰ ਤੂੰ ਜਨਮ ਦੇਵੇਂਗਾ, ਕਈਆਂ ਨੂੰ ਉਹ ਲੈ ਜਾਣਗੇ ਔਰ ਬਾਬਲ ਦੇ ਪਾਤਸ਼ਾਹ ਦੇ ਮਹਿਲ ਦੇ ਵਿੱਚ ਖੁਸਰੇ ਬਣਾਉਣਗੇ।
ਅਤੇ ਇਸ ਨੂੰ ਦੁਬਾਰਾ ਫਿਰ ਦੂਸਰਾ ਰਾਜਾ 20 ਅਧਿਆਏ ਉਸ ਦੀ 17 ਵਚਨ ਤੋਂ ਲੈ ਕੇ 9 ਵਚਨਾਂ ਤੱਕ ਦੁਹਰਾਇਆ ਗਿਆ ਹੈ। ਹੁਣ ਗੌਰ ਕਰੋ, 1 ਤੋਂ ਲੈ ਕੇ 8 ਐਤ ਜੋ ਕਿ ਇਸ ਅਧਿਆਏ ਵਿੱਚ ਪਾਈ ਜਾਂਦੀ ਹੈ। ਉਰਾਂ ਤੋਂ 150 ਬਰੇ ਪਹਿਲਾਂ ਯਸ਼ਾਇਆ ਨਬੀ ਨੇ ਆਖਿਆ ਸੀ ਕਿ ਬਾਬਲ ਆਉਣ ਜਾ ਰਿਹਾ ਹੈ ਅਤੇ ਉਹ ਤੁਹਾਨੂੰ ਆਪਣੇ ਨਾਲ ਲੈ ਜਾਵੇਗਾ ਅਤੇ ਤੁਹਾਡੇ ਪੁੱਤਰ ਉਸ ਰਾਜਾ ਦੇ ਮਹਿਲ ਵਿੱਚ ਖੁਸਰੇ ਹੋਣਗੇ। ਆਪ ਨੇ ਸੋਚਿਆ ਹੋਵੇਗਾ ਕਿ ਜਦੋਂ ਉਸ ਪ੍ਰਚਾਰ ਨੂੰ ਸੁਣਾਇਆ ਗਿਆ ਸੀ ਅਤੇ ਜਦੋਂ ਉਹਨਾਂ ਨੇ ਇਸ ਦੇ ਮਹੱਤਵ ਨੂੰ ਸਮਝਿਆ ਸੀ, ਇਹ ਕਿੰਨਾ ਸਪਸ਼ਟ ਸੀ ਅਤੇ ਕਿੰਨਾ ਖਾਸ ਸੀ। ਤਦ ਯਹੂਦਾ ਨੇ ਤੌਬਾ ਕੀਤੀ ਹੋਵੇਗੀ, ਪਰ ਉਹਨਾਂ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ। ਮਿਕਾ ਨਬੀ ਆਇਆ, ਉਸਨੇ ਆਪਣੀ ਭਵਿੱਖਬਾਣੀ ਨੂੰ ਮਿਕਾ ਦੀ ਪੁਸਤਕ 4 ਅਧਿਆਏ 10 ਐਤ ਦੇ ਵਚਨਾਂ ਵਿੱਚ ਜੋੜਿਆ ਅਤੇ ਉਹਨਾਂ ਨੇ ਨਹੀਂ ਸੀ ਸੁਣਿਆ। ਉਹਨਾਂ ਨੇ ਇਸ ਵੱਲ ਗੌਰ ਨਹੀਂ ਸੀ ਕੀਤਾ। ਫਿਰ ਅੱਜ ਤੋਂ ਠੀਕ ਪਹਿਲਾਂ ਪਰਮੇਸ਼ਰ ਨੇ ਆਪਣੇ ਤਰਸ ਵਿੱਚ ਹੋ ਕੇ ਅਤੇ ਆਪਣੇ ਲੋਕਾਂ ਲਈ ਉਸ ਦੇ ਪਿਆਰ ਵਜੋਂ ਇੱਕ ਹੋਰ ਸਮੁੱਚਾ ਨਵਾਂ ਭਵਿੱਖ ਵਕਤਾ ਜ਼ਰਮੀਆ ਨੂੰ ਤਿਆਰ ਕੀਤਾ। ਉਸਨੇ ਵੀ ਖੜੇ ਹੋ ਕੇ ਪ੍ਰਚਾਰ ਕੀਤਾ ਜੋ ਕਿ ਦਾਨੀਅਲ ਦੇ ਸਮਕਲੀ ਸੀ ਅਤੇ ਉਹਨਾਂ ਦੀਆਂ ਸੇਵਾਵਾਂ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਸਨ। ਜ਼ਰਮੀਆ ਨਬੀ ਨੇ ਠੀਕ ਉਹੀ ਹੀ ਯਹੂਦਾ ਦੇ ਵਿਰੁੱਧ ਜ਼ਰਮੀਆ ਨਬੀ ਦੀ ਪੁਸਤਕ 25 ਅਧਿਆਏ 8 ਵਚਨ ਤੋਂ ਲੈ ਕੇ 11 ਵਚਨਾਂ ਵਿੱਚ ਅਤੇ ਹੋਰ ਕਈ ਵਚਨਾਂ ਦੇ ਭਾਗਾਂ ਵਿੱਚ ਇਸ ਦੀ ਭਵਿੱਖਬਾਣੀ ਕੀਤੀ ਸੀ। ਜ਼ਰਮੀਆ ਨਬੀ ਗਿਆ, ਉਹ ਸਾਰੇ ਮੁਲਕ ਦੇ ਵਿੱਚ ਇੱਧਰ ਉੱਧਰ ਪ੍ਰਚਾਰ ਕਰਦਾ ਗਿਆ ਕਿ ਜੇਕਰ ਯਹੂਦਾ ਤੌਬਾ ਨਾ ਕਰੇ ਤਦ ਪਰਮੇਸ਼ਰ ਦੀ ਸਜ਼ਾ ਉਸ ਦੇ ਉੱਤੇ ਆਣ ਪਵੇਗੀ। ਆਪਣੇ ਬੁਰੇ ਰਾਹਾਂ ਤੋਂ ਮੁੜੇ ਅਤੇ ਪਰਮੇਸ਼ਰ ਦੇ ਵੱਲ ਆਓ। ਆਪ ਨੇ ਸੋਚਿਆ ਹੋਵੇਗਾ ਕਿ ਯਹੂਦਾ ਨੇ ਸੁਣਿਆ ਹੋਵੇਗਾ ਤੇ ਉਸਨੇ ਤੌਬਾ ਕੀਤੀ ਹੋਵੇਗੀ ਅਤੇ ਜ਼ਰਮੀਆ ਨਬੀ ਦੇ ਵਚਨਾਂ ਨੂੰ ਸੁਣ ਕੇ ਆਪਣੇ ਪਾਪਾਂ ਤੋਂ ਉਹ ਮੁੜਿਆ ਹੋਵੇਗਾ, ਪਰ ਉਹਨੇ ਇਸ ਤਰ੍ਹਾਂ ਨਹੀਂ ਸੀ ਕੀਤਾ। ਲੰਬੇ ਸਮੇਂ ਦੇ ਲਈ ਸਜ਼ਾ ਦੀ ਧਮਕੀ ਯਹੂਦਾ ਉੱਤੇ ਲਟਕਦੀ ਰਹੀ। ਉਸ ਦੇ ਸੱਚੇ ਨਬੀਆਂ ਨੇ ਬਾਰ-ਬਾਰ ਉਸ ਨੂੰ ਦੁਹਰਾਇਆ ਸੀ, ਪਰ ਸਿਰਫ ਇਸ ਨੂੰ ਅਣਗੌਲਿਆ ਕਰਨ ਦੇ ਲਈ ਹੀ। ਠੀਕ ਇਹੋ ਹੀ ਗੁਲਾਮੀ ਦੇ ਬਾਰੇ ਪਹਿਲਾਂ ਦੱਸਿਆ ਜਾ ਚੁੱਕਾ ਸੀ। ਠੀਕ ਇਹੋ ਹੀ ਗੱਲ ਜੋ ਕਿ ਪਹਿਲੇ ਅਧਿਆਏ ਉਸ ਦੀ ਪਹਿਲੀ ਐਤ ਦੇ ਵਿੱਚ ਲਿਖੀ ਹੋਈ ਹੈ। ਇਸੇ ਤਰ੍ਹਾਂ ਭਵਿੱਖਬਾਣੀ ਲਗਭਗ 200 ਵਰ੍ਹਿਆਂ ਦੇ ਲਈ ਯਹੂਦਾ ਦੇ ਲੋਕਾਂ ਦੇ ਲਈ ਇਸ ਦਾ ਜ਼ਿਕਰ ਕੀਤਾ ਗਿਆ ਹੈ। ਪਰਮੇਸ਼ਰ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ, ਪਰ ਉਹਨਾਂ ਨੇ ਉਹਨੂੰ ਨਹੀਂ ਸੀ ਸੁਣਿਆ। ਅਸਲ ਵਿੱਚ ਉਹਨਾਂ ਦਾ ਪਰਮੇਸ਼ਰ ਦੀ ਭਵਿੱਖਬਾਣੀ ਦੇ ਪ੍ਰਤੀ ਵਤੀਰਾ ਠੀਕ ਨਹੀਂ। ਨੂਹ ਦੇ ਜ਼ਮਾਨੇ ਦੇ ਲੋਕ ਵਰਗਾ ਹੀ ਸੀ। ਉਹ ਖਾਂਦੇ ਤੇ ਪੀਂਦੇ, ਵਿਆਹ ਕਰਦੇ ਤੇ ਵਿਆਹਾਂ ਵਿੱਚ ਜਾਂਦੇ ਸਨ, ਠੀਕ ਉਸ ਸਮੇਂ ਤੱਕ ਜਦੋਂ ਨੂਹ ਉਸ ਕਸ਼ਤੀ ਵਿੱਚ ਨਹੀਂ ਸੀ ਵੜ ਗਿਆ ਅਤੇ ਜਦੋਂ ਤੱਕ ਜਲ ਪਰਲੋ ਨਾ ਆ ਕੇ ਉਹਨਾਂ ਨੂੰ ਰੋੜ ਕੇ ਨਹੀਂ ਸੀ ਲੈ ਗਏ। ਉਹਨਾਂ ਨੇ ਨਹੀਂ ਸੀ ਜਾਣਿਆ। ਠੀਕ ਉਸੇ ਤਰ੍ਹਾਂ ਯਹੂਦਾ ਵਿੱਚ ਹੋਇਆ ਸੀ, ਜਦੋਂ ਕਿ ਨਬੀਆਂ ਨੇ ਭਵਿੱਖਬਾਣੀ ਕੀਤੀ ਸੀ ਅਤੇ ਪਰਮੇਸ਼ਰ ਨੇ ਉਸ ਆਉਣ ਵਾਲੀ ਸਜ਼ਾ ਦੇ ਬਾਰੇ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ। ਫਿਰ ਇੱਕ ਦਿਨ ਪਰਮੇਸ਼ਰ ਦੇ ਨਿਆਂ ਦੇ ਕਟੋਰਾ ਭਰ ਗਿਆ ਅਤੇ ਉਸ ਨੇ ਆਪਣੇ ਤਰਸ ਨੂੰ ਇਸ ਮੁਲਕ ਉੱਤੇ ਜਿੰਨਾ ਵੀ ਉਹ ਵੱਧ ਸਕਦਾ ਸੀ ਵਧਾਇਆ ਅਤੇ ਜਦੋਂ ਕਿ ਉਹ ਜਿੰਨਾ ਵੀ ਮਨੁੱਖ ਦੇ ਨਾਲ ਕੋਸ਼ਿਸ਼ ਕਰ ਸਕਦਾ ਸੀ, ਪਰਮੇਸ਼ਰ ਨੇ ਉਹ ਕੋਸ਼ਿਸ਼ ਕੀਤੀ। ਤਦ ਉਸ ਨੇ ਆਪਣੇ ਦਿਲ ਵਿੱਚ ਆਖਿਆ, ਇਹ ਤਾਂ ਕਾਫੀ ਹੈ, ਹੁਣ ਮੈਂ ਹੋਰ ਜ਼ਿਆਦਾ ਉਹਨਾਂ ਦੇ ਨਾਲ ਇਸ ਤਰ੍ਹਾਂ ਨਹੀਂ ਕਰਾਂਗਾ। ਅਤੇ ਹਬਕੁਕ ਨਬੀ ਇਸ ਤਰ੍ਹਾਂ ਆਖਦਾ ਹੈ ਕਿ ਪਰਮੇਸ਼ਰ ਨੇ ਉਸ ਕ੍ਰੋਧ ਅਤੇ ਦੁਸ਼ਟ ਬਾਬਲ ਨਾਂ ਦੀ ਕੌਮ ਨੂੰ ਫੜਿਆ ਸੀ ਅਤੇ ਬਾਈਬਲ ਵਿੱਚ ਹਬਕੁਕ ਦੀ ਕਿਤਾਬ ਪਹਿਲਾ ਅਧਿਆਏ 12 ਐਤ ਦੇ ਵਚਨ ਵਿੱਚ ਇਸ ਤਰ੍ਹਾਂ ਆਖਿਆ ਗਿਆ ਹੈ। ਪਰਮੇਸ਼ਰ ਨੇ ਉਹਨਾਂ ਨੂੰ ਸਜ਼ਾ ਦੇਣ ਦੇ ਲਈ ਬਾਬਲ ਨੂੰ ਖੜਾ ਕੀਤਾ ਅਤੇ ਉਹਨਾਂ ਨੂੰ ਸੁਧਾਰਨ ਦੇ ਲਈ ਇਹ ਸਭ ਕੁਝ ਕੀਤਾ। ਜਿਵੇਂ ਕਿ ਆਪ ਇਤਿਹਾਸ ਵਿੱਚ ਦੇਖਦੇ ਹੋ, ਇੱਕ ਬਹੁਤ ਹੀ ਅਸਧਾਰਨ ਚੀਜ਼ ਹੈ। ਇਹ ਤਾਂ ਇੱਕ ਨਾ ਵਿਸ਼ਵਾਸ ਕੀਤੇ ਜਾਣ ਦੇ ਯੋਗ ਕੰਮ ਹੈ ਜਿਸ ਨੂੰ ਕੀ ਦੇਖਿਆ ਜਾਵੇ। ਬਾਬਲ ਦਾ ਰਾਜਾ ਇੱਕ ਬਹੁਤ ਹੀ ਕ੍ਰੋਧਿਤ, ਇੱਕ ਭੈੜਾ ਰਾਜਾ ਸੀ ਜੋ ਕਿ ਅਚਾਨਕ ਇਸ ਦ੍ਰਿਸ਼ ਦੇ ਉੱਤੇ ਆਣ ਪਿਆ ਹੋਵੇ। ਫਿਰ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਉੱਤੇ 70 ਸਾਲ ਦੀ ਸਜ਼ਾ ਲਿਆਉਣ ਦੇ ਲਈ ਬਾਬਲ ਨੂੰ ਇਸਤੇਮਾਲ ਕੀਤਾ ਸੀ। ਜੇਕਰ ਆਪ ਇਤਿਹਾਸ ਦਾ ਅਧਿਐਨ ਕਰੋ ਤਦ ਆਪ ਗੌਰ ਕਰੋਗੇ ਕਿ ਇਹ ਕਿੰਨਾ ਦੋਸ਼ ਭਰਿਆ ਹੈ। ਜੇ ਇਸ ਨੂੰ ਸਮਝਿਆ ਜਾਵੇ ਕਿ ਕਿਵੇਂ ਪਰਮੇਸ਼ਰ ਨੇ ਇਸ ਬਾਬਲ ਦੇ ਰਾਜ ਨੂੰ ਇਸਤੇਮਾਲ ਕੀਤਾ ਸੀ। ਉਹਨਾਂ 70 ਸਾਲਾਂ ਦੀ ਗੁਲਾਮੀ ਤੋਂ ਬਾਅਦ ਜੋ ਕਿ ਪਰਮੇਸ਼ਰ ਨੇ ਆਪਣੀ ਕੌਮ ਯਹੂਦਾ ਦੇ ਵਿਰੁੱਧ ਭਵਿੱਖਬਾਣੀ ਕੀਤੀ ਸੀ ਅਤੇ ਉਹਨਾਂ 70 ਸਾਲਾਂ ਦੇ ਅੰਤ ਤੋਂ ਬਾਅਦ ਜਦੋਂ ਉਹ ਸਭ ਕੁਝ ਸਮਾਪਤ ਹੋ ਚੁੱਕਾ ਸੀ, ਖੁਸਰੋ ਰਾਜਾ ਜੋ ਕਿ ਫਾਰਸ ਤੋਂ ਸੀ, ਉਹ ਇਸ ਦ੍ਰਿਸ਼ ਦੇ ਉੱਤੇ ਆਇਆ ਅਤੇ ਬਾਬਲ ਦਾ ਰਾਜ ਉਨਾ ਹੀ ਜਲਦੀ ਜਾਂਦਾ ਰਿਹਾ ਜਿੰਨਾ ਜਲਦੀ ਇਹ ਉਸਾਰਿਆ ਗਿਆ ਸੀ। ਜਦੋਂ ਆਪ ਇਸ ਦਾ ਅਧਿਐਨ ਇੱਕ ਦ੍ਰਿਸ਼ ਵਜੋਂ ਕਰਦੇ ਹੋ
ਜਦੋਂ ਆਪ ਇਸ ਨੂੰ ਇਤਿਹਾਸ ਵਜੋਂ ਤੱਕਦੇ ਹੋ, ਇਹ ਤਾਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿ ਕਰੀਬ-ਕਰੀਬ ਪਰਮੇਸ਼ਰ ਨੇ ਇਹ ਆਖਿਆ ਹੋਵੇ, ਠੀਕ ਹੈ ਬਾਬਲ, ਮੈਂ ਤਾਂ ਬਸ ਆਪਣੇ ਲੋਕਾਂ ਨੂੰ ਸਜ਼ਾ ਦੇਣ ਲਈ 70 ਵਰ੍ਹਿਆਂ ਦੇ ਲਈ ਬਸ ਮੈਨੂੰ ਤੇਰੀ ਜ਼ਰੂਰਤ ਸੀ। ਉਸ ਨੇ ਉਹਨਾਂ ਨੂੰ ਖੜਾ ਕੀਤਾ ਅਤੇ ਜਦੋਂ ਉਹ ਆਪਣਾ ਕੰਮ ਕਰ ਚੁੱਕਿਆ ਤਦ ਉਹ ਜਾਂਦੇ ਰਹੇ। ਤਦ ਇਹ ਸਾਰਾ ਕੁਝ ਖੋ ਚੁੱਕਿਆ। ਪਰਮੇਸ਼ਰ ਨੇ ਆਪਣਾ ਵਾਅਦਾ ਪੂਰਾ ਕੀਤਾ ਅਤੇ ਉਸ ਨੇ ਇਸ ਕੌਮ ਉੱਤੇ ਸਜ਼ਾ ਲਿਆਂਦੀ। ਮੈਂ ਜਾਂਦੇ ਵਕਤ ਇਹ ਆਖਣ ਦੀ ਕੋਸ਼ਿਸ਼ ਰੱਖਦਾ ਹਾਂ ਕਿ ਇਹ ਕੋਈ ਨਾ ਸੋਚੇ ਜਾਣ ਦੇ ਯੋਗ ਕੰਮ ਨਹੀਂ ਹੈ। ਕੀ ਇਹ ਠੀਕ ਇਹੋ ਹੀ ਸਭ ਕੁਝ ਸਾਡੇ ਨਾਲ ਵਾਪਰ ਸਕਦਾ ਸੀ? ਮੈਂ ਕਦੇ-ਕਦੇ ਲੋਕਾਂ ਨੂੰ ਇਹ ਆਖਦਿਆਂ ਸੁਣਦਾ ਹਾਂ ਕਿ ਪਰਮੇਸ਼ਰ ਕਦੇ ਵੀ ਕਿਸੇ ਪਰਮੇਸ਼ਰ ਰਹਿਤ ਕੌਮ ਨੂੰ, ਪਰਮੇਸ਼ਰ ਪ੍ਰਸਤ ਕੌਮ ਨੂੰ ਸਜ਼ਾ ਦੇਣ ਦੇ ਲਈ ਇਸਤੇਮਾਲ ਨਹੀਂ ਕਰੇਗਾ। ਆਪ ਹਬਕੁਕ ਨਬੀ ਦੀ ਪੁਸਤਕ ਨੂੰ ਪੜ੍ਹਦੇ ਹੋ ਮੇਰੇ ਦੋਸਤੋ, ਅਤੇ ਜੇਕਰ ਆਪ ਇਸ ਨੂੰ ਪੜ੍ਹੋ ਤਦ ਆਪ ਜਾਣ ਲਓਗੇ ਕਿ ਉਸ ਨਬੀ ਨੇ ਹਬਕੁਕ ਪੁਸਤਕ ਵਿੱਚ ਠੀਕ ਇਸੇ ਦੇ ਨਾਲ ਕਸ਼ਮਕਸ਼ ਕੀਤੀ ਸੀ ਅਤੇ ਉਸ ਦਾ ਸਵਾਲ ਇਹ ਸੀ, ਪਰਮੇਸ਼ਰ ਕਿਸ ਤਰ੍ਹਾਂ ਇਸ ਦੁਸ਼ਟ ਕੌਮ ਦਾ ਇਸਤੇਮਾਲ ਆਪਣੇ ਲੋਕਾਂ ਨੂੰ ਸਜ਼ਾ ਦੇਣ ਦੇ ਲਈ ਕਰ ਸਕਦਾ ਸੀ। ਪਰ ਪਰਮੇਸ਼ਰ ਨੇ ਇਹ ਅਸ਼ੂਰ ਦੇ ਨਾਲ ਕੀਤਾ ਸੀ ਅਤੇ ਪਰਮੇਸ਼ਰ ਨੇ ਇਹ ਬਾਬਲ ਦੇ ਨਾਲ ਕੀਤਾ ਸੀ, ਅਤੇ ਜੇਕਰ ਪਰਮੇਸ਼ਰ ਇਸ ਤਰ੍ਹਾਂ ਕਰਨ ਨੂੰ ਚੁਣਦਾ ਹੈ ਤਦ ਉਹ ਇਸ ਤਰ੍ਹਾਂ ਕਰੇਗਾ। ਉਹ ਕਿਸੇ ਵੀ ਕੌਮ ਨੂੰ ਆਪਣੇ ਲਈ ਔਜ਼ਾਰ ਵਜੋਂ ਇਸਤੇਮਾਲ ਕਰੇਗਾ ਜੇਕਰ ਅਸੀਂ ਆਪਣੇ ਗੋਡਿਆਂ ਭਰਨੇ ਹੋ ਕੇ ਉਸ ਦੇ ਅੱਗੇ ਤੌਬਾ ਨਹੀਂ ਕਰਾਂਗੇ ਅਤੇ ਵਾਪਸ ਉੱਥੇ ਨਹੀਂ ਆਵਾਂਗੇ ਜਿੱਥੇ ਇੱਕ ਮੁਲਕ ਵਜੋਂ ਸਾਨੂੰ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਬਾਈਬਲ ਬਾਣੀ ਆਖਦੀ ਹੈ ਕਿ ਯਰੂਸ਼ਲਮ ਵਿੱਚ ਰਾਜਗੱਦੀ ਉੱਤੇ ਯਹੋਯਕੀਮ ਨਾਮ ਦਾ ਇੱਕ ਵਿਅਕਤੀ ਬੈਠਾ ਸੀ। ਕਦੇ ਵੀ ਕੋਈ ਮਨੁੱਖ ਉਸ ਨਾਲੋਂ ਹੋਰ ਦੁਸ਼ਟ ਨਹੀਂ ਸੀ। ਜਿੱਥੋਂ ਤੱਕ ਕਿ ਪਰਮੇਸ਼ਰ ਦੀ ਬਾਣੀ ਦਾ ਸੰਬੰਧ ਹੈ, ਜਿੰਨਾ ਕਿ ਯਹੂਦਾ ਰਾਜਾ ਸੀ, ਜਦੋਂ ਉਸ ਮੁਲਕ ਉੱਤੇ ਪਰਮੇਸ਼ਰ ਆਣ ਪਿਆ ਸੀ। ਯਹੋਯਕੀਮ ਦਾ ਜਨਮ ਇੱਕ ਪਰਮੇਸ਼ਰ ਪ੍ਰਸਤ ਰਾਜਾ ਯੋਸ਼ੀਯਾਹ ਦੇ ਪਰਿਵਾਰ ਦੇ ਵਿੱਚ ਹੋਇਆ ਸੀ। ਜੇਕਰ ਕਦੇ ਵੀ ਕੋਈ ਮਨੁੱਖ ਹੋਇਆ ਹੈ ਜੋ ਕਿ ਉਸ ਦੇ ਰਾਜ ਹੋਣ ਕਾਲ ਦੇ ਦੌਰਾਨ ਪਰਮੇਸ਼ਰ ਦੇ ਸਨਮੁਖ ਖੜਾ ਹੋਇਆ ਹੋਵੇ ਤਦ ਇਹ ਯਹੋਯਕੀਮ ਸੀ। ਪਰ ਭਾਵੇਂ ਉਹ ਉਸ ਮਹਾਨ ਬੇਦਾਰੀ ਦੇ ਦੌਰਾਨ ਜੀਆ ਸੀ ਜਿਸ ਦੀ ਪ੍ਰਧਾਨਤਾ ਯੋਸ਼ੀਯਾਹ ਰਾਜਾ ਨੇ ਕੀਤੀ ਸੀ ਅਤੇ ਜਿਸ ਦਾ ਪ੍ਰਚਾਰ ਜ਼ਰਮੀਆ ਨਬੀ ਨੇ ਕੀਤਾ ਸੀ, ਯਹੋਯਕੀਮ ਇੱਕ ਦੁਸ਼ਟ ਮਨੁੱਖ ਸੀ। ਇਸ ਨੂੰ ਸਿੱਧ ਕਰਨ ਲਈ ਇੱਕ ਰੋਚਕ ਉਦਾਹਰਨ ਹੈ ਜਿੱਥੋਂ ਤੱਕ ਯਹੂਦਾ ਦੇ ਵਿਰੁੱਧ ਪਰਮੇਸ਼ਰ ਦੀ ਚੇਤਾਵਨੀਆਂ ਦਾ ਸੰਬੰਧ ਹੈ। ਜਦੋਂ ਯਹੋਯਕੀਮ ਰਾਜਗੱਦੀ ਉੱਤੇ ਬੈਠਾ ਸੀ, ਜਦੋਂ ਉਹ ਅਜੇ ਯਹੂਦਾ ਵਿੱਚ ਪਰਮੇਸ਼ਰ ਦਾ ਰਾਜੇ ਵਜੋਂ ਸੀ ਅਤੇ ਨਬੂਕਦਨਜ਼ਰ ਦੇ ਦੁਆਰਾ ਉਸ ਸ਼ਹਿਰ ਦੇ ਦੁਆਲੇ ਘੇਰਾ ਪਾਉਣ ਤੋਂ ਬਾਅਦ ਯਹੋਯਕੀਮ ਨੂੰ ਨਬੂਕਦਨਜ਼ਰ ਦੇ ਦੁਆਰਾ ਉਸ ਸ਼ਹਿਰ ਦੇ ਇੰਚਾਰਜ ਵਜੋਂ ਛੱਡਿਆ ਗਿਆ ਸੀ, ਜਿਸ ਨੇ ਬੰਦੀਆਂ ਨੂੰ ਜੋ ਵਾਪਸ ਲੈ ਗਿਆ ਸੀ। ਯਹੋਯਕੀਮ ਨੂੰ ਨਬੂਕਦਨਜ਼ਰ ਦੇ ਰਾਜਪਾਲ ਵਜੋਂ ਕੰਮ ਕਰਨ ਦੇ ਲਈ ਆਖਿਆ ਗਿਆ ਸੀ ਤਾਂ ਕਿ ਉਹ ਯਰੂਸ਼ਲਮ ਦੀ ਸਭਾ ਸੰਭਾਲ ਕਰੇ। ਪਰ ਯਹੋਯਕੀਮ ਨੂੰ ਨਬੂਕਦਨਜ਼ਰ ਦੇ ਵਿਰੁੱਧ ਵਿਦਰੋਹ ਕਰਨ ਦੇ ਮੌਕੇ ਦੇ ਬਾਰੇ ਉਤੇਜਿਤ ਹੋ ਗਿਆ ਸੀ ਅਤੇ ਜਦੋਂ ਉਸ ਨੇ ਇਹ ਸੁਣਿਆ ਕਿ ਮਿਸਰੀ ਲੋਕ ਉਸ ਦੇ ਇਲਾਕੇ ਵਿੱਚ ਸਨ ਤਦ ਉਸ ਨੇ ਫੈਸਲਾ ਕੀਤਾ ਕਿ ਉਹ ਮਿਸਰੀਆਂ ਦੇ ਨਾਲ ਇੱਕ ਸੰਧੀ ਕਰੇਗਾ ਅਤੇ ਉਹ ਮਿਲ ਕੇ ਨਬੂਕਦਨਜ਼ਰ ਨੂੰ ਕੁਚਲ ਦੇਣਗੇ। ਧੰਨਵਾਦ ਪਿਆਰੇ ਦਰਸ਼ਕੋ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਦੋਸਤੋ, ਅੱਜ ਅਸੀਂ ਦਾਨੀਏਲ ਦੀ ਪੁਸਤਕ ਦੇ ਪਹਿਲੇ ਅਧਿਆਇ ਦੀ 1 ਆਇਤ ਤੋਂ ਲੈ ਕੇ 2 ਆਇਤਾਂ ਤੱਕ ਦੇ ਵਚਨਾਂ ਉੱਤੇ ਗੌਰ ਕੀਤਾ ਸੀ। ਅਸੀਂ ਇਸ ਦੇ ਵਿੱਚ ਪਰਮੇਸ਼ਰ ਦੇ ਮਹਾਨ ਨਬੀ ਦੇ ਬਾਰੇ ਗੌਰ ਕਰ ਰਹੇ ਸੀ ਜੋ ਕਿ ਇੱਕ ਮਜ਼ਬੂਤ ਮਨ ਵਾਲਾ ਨੌਜਵਾਨ ਸੀ ਜਿਹੜਾ ਕਿ ਬਾਬੁਲ ਦੀ ਗੁਲਾਮੀ ਵਿੱਚ ਲੈ ਜਾਇਆ ਗਿਆ। ਅਸੀਂ ਦਾਨੀਏਲ ਦੀ ਪੁਸਤਕ 2 ਆਇਤਾਂ ਦੇ ਵਿੱਚ ਯਹੂਦਾ ਵਿੱਚ ਪਾਈ ਜਾਣ ਵਾਲੀ ਇੱਕ ਮਹਾਨ ਗਿਰਾਵਟ ਦੇ ਉੱਤੇ ਗੌਰ ਕੀਤਾ। ਅਸੀਂ ਵੇਖਿਆ ਕਿ ਕਿਸ ਤਰ੍ਹਾਂ ਯਹੂਦਾ ਦੇ ਲੋਕ ਇੱਕ ਵਿਦੇਸ਼ੀ ਸ਼ਕਤੀ ਦੇ ਅਧੀਨ ਹੋ ਗਏ। ਬਾਬੁਲ ਦਾ ਰਾਜਾ ਨਬੂਕਦਨੇਸਰ ਉਹਨਾਂ ਨੂੰ ਗੁਲਾਮ ਬਣਾ ਕੇ ਆਪਣੇ ਨਾਲ ਲੈ ਗਿਆ। ਅਸੀਂ ਜਾਣਿਆ ਕਿ ਪਰਮੇਸ਼ਰ ਨੇ ਉਹਨਾਂ ਨੂੰ ਪਹਿਲਾਂ ਹੀ ਇਹ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹਨਾਂ ਨੇ ਤੌਬਾ ਨਾ ਕੀਤੀ ਤਾਂ ਉਹ ਦਿਨ ਉਹਨਾਂ ਤੇ ਜ਼ਰੂਰ ਆਏਗਾ ਅਤੇ ਉਹ ਬਾਬੁਲ ਦੇ ਗੁਲਾਮ ਬਣ ਜਾਣਗੇ। ਪਰ ਉਹਨਾਂ ਨੇ ਤੌਬਾ ਨਾ ਕੀਤੀ। ਪਰਮੇਸ਼ਰ ਦਾ ਨਿਆਂ ਆਇਆ ਅਤੇ ਉਹ ਬਾਬੁਲ ਦੇ ਗੁਲਾਮ ਬਣ ਗਏ। ਪਰ ਅਸੀਂ ਜਾਣਿਆ ਕਿ ਪਰਮੇਸ਼ਰ ਨੇ ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਆਪਣੀ ਚੇਤਾਵਨੀ ਦਿੱਤੀ ਕਿ ਉਹ ਉਹਦੇ ਆਉਣ ਵਾਲੇ ਨਿਆਂ ਤੋਂ ਆਪਣੇ ਆਪ ਨੂੰ ਬਚਾ ਸਕਣ। ਪਰਮੇਸ਼ਰ ਨੇ ਉਹਨਾਂ ਨੂੰ ਉੱਤਰੀ ਰਾਜਿਆਂ ਦੇ ਦੁਆਰਾ ਸਜ਼ਾ ਦੇ ਦੁਆਰਾ ਚੇਤਾਵਨੀ ਦਿੱਤੀ ਸੀ, ਪਰ ਇਸ ਦਾ ਉਹਨਾਂ ਦੇ ਉੱਤੇ ਕੋਈ ਵੀ
ਪ੍ਰਭਾਵ ਨਹੀਂ ਪਿਆ, ਸਗੋਂ ਹੋਰ ਜ਼ਿਆਦਾ ਪਾਪ ਦੇ ਵਿੱਚ ਪੈ ਗਏ। ਇਸ ਤੋਂ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਨਬੀਆਂ ਦੇ ਦੁਆਰਾ ਚੇਤਾਵਨੀ ਦਿੱਤੀ। ਦਾਨੀਅਲ ਨਬੀ ਤੋਂ 150 ਸਾਲ ਪਹਿਲਾਂ ਯਸ਼ਾਇਆ ਨਬੀ ਦੇ ਦੁਆਰਾ ਯਹੂਦਾ ਨੂੰ ਪਾਪ ਤੋਂ ਫਿਰਨ ਦੀ ਚੇਤਾਵਨੀ ਦੇ ਉੱਤੇ ਧਿਆਨ ਨਾ ਦੇਣ ਤੋਂ ਉਸ ਦੇ ਉੱਤੇ ਉਹਨਾਂ ਦੀ ਸਜ਼ਾ ਬਾਰੇ ਦੱਸ ਦਿੱਤਾ ਗਿਆ ਸੀ। ਅਸੀਂ ਵੇਖਿਆ ਕਿ ਪਰਮੇਸ਼ਰ ਦੀ ਭਵਿੱਖਬਾਣੀ ਦੇ ਪ੍ਰਤੀ ਉਹਨਾਂ ਦਾ ਵਤੀਰਾ ਠੀਕ ਨਹੀਂ ਸੀ। ਇਹ ਬਿਲਕੁਲ ਨੂਹ ਦੇ ਦਿਨਾਂ ਵਾਂਗ ਸੀ। ਨੂਹ ਦੇ ਸਮੇਂ ਵੀ ਪਰਮੇਸ਼ਰ ਨੇ ਲੋਕਾਂ ਨੂੰ ਤੋਬਾ ਕਰਨ ਦੇ ਲਈ ਭਿਆਨਕ ਦੰਡ ਦੀ ਚੇਤਾਵਨੀ ਦਿੱਤੀ ਸੀ, ਪਰ ਉਹ ਖਾਂਦੇ ਪੀਂਦੇ ਅਤੇ ਵਿਆਹ ਕਰਦੇ ਰਹੇ, ਠੀਕ ਉਦੋਂ ਤੱਕ ਜਦੋਂ ਤੱਕ ਨੂਹ ਕਿਸ਼ਤੀ ਦੇ ਵਿੱਚ ਨਹੀਂ ਸੀ ਵੜ ਗਿਆ ਅਤੇ ਜਲ ਪਰਲੋਂ ਆ ਕੇ ਉਹਨਾਂ ਨੂੰ ਰੋੜ ਕੇ ਨਾ ਲੈ ਗਈ। ਦਾਨੀਅਲ ਦੇ ਸਮੇਂ ਯਹੂਦਾ ਦੇ ਪਾਪ ਦਾ ਕਟੋਰਾ ਭਰ ਗਿਆ ਅਤੇ ਪਰਮੇਸ਼ਰ ਦਾ ਨਿਆਂ ਉਹਨਾਂ ਤੇ ਆ ਪਿਆ ਅਤੇ ਉਹ ਬਾਬੁਲ ਦੇ ਵਿੱਚ ਗੁਲਾਮੀ ਦੇ ਵਿੱਚ ਚਲੇ ਗਏ। ਅਸੀਂ ਵੇਖਿਆ ਕਿ ਉਹ ਕਿਸੇ ਵੀ ਕੌਮ ਨੂੰ, ਭਾਵੇਂ ਉਹ ਕਿੰਨੀ ਵੀ ਦੁਸ਼ਟ ਕਿਉਂ ਨਾ ਹੋਵੇ, ਆਪਣੀ ਕੌਮ ਦੇ ਨਿਆਂ ਲਈ ਇਸਤੇਮਾਲ ਕਰ ਸਕਦਾ ਹੈ। ਪਰਮੇਸ਼ਰ ਨੇ ਬਾਬੁਲ ਦੇ ਨਾਲ ਕੀਤਾ। ਦੋਸਤੋ, ਅੱਜ ਦੇ ਅਧਿਐਨ ਤੋਂ ਸਾਨੂੰ ਇਹ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਸਾਨੂੰ ਪਰਮੇਸ਼ਵਰ ਦੀ ਚੇਤਾਵਨੀਆਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੇ ਪਾਪ ਭਰੇ ਜੀਵਨ ਨੂੰ ਛੱਡ ਕੇ ਧਰਮੀ ਜੀਵਨ ਬਤੀਤ ਕਰਨਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਜਾਂ ਕੌਮ ਪਰਮੇਸ਼ਵਰ ਦੀ ਚੇਤਾਵਨੀ ਨੂੰ ਨਹੀਂ ਮੰਨਦੀ ਤਾਂ ਸਾਨੂੰ ਉਹਦੀ ਇੱਕ ਵੱਡੀ ਕੀਮਤ ਚੁਕਾਣੀ ਪੈਂਦੀ ਹੈ। ਯਹੂਦਾ ਨੇ ਇਹ ਕੀਮਤ 70 ਸਾਲ ਬਾਬੁਲ ਦੇਸ਼ ਦੀ ਗੁਲਾਮੀ ਵਿੱਚ ਬਿਤਾਈ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਅਸੀਂ ਤੁਹਾਡੇ ਚਰਨਾਂ 'ਚ ਆਉਂਦੇ ਹਾਂ। ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਅੱਛੇ ਵਚਨ ਵਾਸਤੇ, ਜਿਸ ਦੇ ਜ਼ਰੀਏ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਦਾਨੀਅਲ ਦੇ ਸਮੇਂ ਵਿੱਚ ਲੈ ਕੇ ਗਏ, ਬਾਬੁਲ ਦੀ ਸਮੱਸਿਆਵਾਂ ਬਾਰੇ ਦੱਸਿਆ, ਪ੍ਰਭੂ ਜੀ ਯਹੂਦਾ ਦੀ ਸਮੱਸਿਆਵਾਂ ਵਾਸਤੇ ਦੱਸਿਆ, ਅਰੇ ਸਾਨੂੰ ਸਿਖਾਇਆ ਕਿ ਜੇਕਰ ਅਸੀਂ ਤੁਹਾਡੀ ਚੇਤਾਵਨੀਆਂ ਨੂੰ ਮੰਨ ਕੇ ਆਪਣੇ ਪਾਪਾਂ ਤੋਂ ਨਹੀਂ ਫਿਰਦੇ ਤਾਂ ਸਾਨੂੰ ਇੱਕ ਵੱਡਾ ਦੰਡ ਮਿਲ ਸਕਦਾ ਹੈ। ਯਹੂਦਾ ਦੇ ਨਾਲ ਇਸ ਤਰ੍ਹਾਂ ਹੀ ਹੋਇਆ, ਲੇਕਿਨ ਪਿਤਾ ਪਰਮੇਸ਼ਰ ਅਸੀਂ ਦੇਖਿਆ ਕਿ ਯਹੂਦਾ ਦਿਨ ਪ੍ਰਤੀ ਦਿਨ ਆਪਣੇ ਧਾਰਮਿਕ ਪੰਥ ਤੋਂ ਥੱਲੇ ਗਿਰਦਾ ਚਲਾ ਗਿਆ ਔਰ ਪਾਪ ਦੇ ਵਿੱਚ ਪੈਂਦਾ ਚਲਾ ਗਿਆ, ਕਿਉਂਕਿ ਉਹਨਾਂ ਨੇ ਤੁਹਾਡੀ ਭਵਿੱਖਬਾਣੀਆਂ ਨੂੰ, ਤੁਹਾਡੀ ਚੇਤਾਵਨੀਆਂ ਨੂੰ ਨਹੀਂ ਮੰਨਿਆ। ਪਰ ਪਰਮੇਸ਼ਰ ਪਿਤਾ, ਜਿੰਨੇ ਵੀ ਲੋਕ ਤੁਹਾਡੇ ਵਿੱਚ ਹਨ ਅਤੇ ਤੁਹਾਡੀ ਗੱਲਾਂ ਦੇ ਉੱਤੇ ਕੰਨ ਲਗਾਉਂਦੇ ਹਨ, ਉਹ ਸਾਰਿਆਂ ਨੂੰ ਤੁਸੀਂ ਆਸ਼ੀਸ਼ ਦਿੰਦੇ ਹੋ ਔਰ ਉਹਨਾਂ ਦਾ ਘਰਾਨਾ, ਉਹਨਾਂ ਦੀ ਕੌਮ ਪ੍ਰਭੂ ਜੀ ਤੁਹਾਡੇ ਵਿੱਚ ਸਥਿਰ ਰਹਿੰਦੀ ਹੈ। ਧੰਨਵਾਦ ਕਰਦੇ ਹਾਂ ਇਸ ਅੱਛੇ ਵਚਨ ਵਾਸਤੇ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਦੋਸਤੋ, ਸਾਡਾ ਅੱਜ ਦਾ ਅਧਿਐਨ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਇਸ ਵਿਸ਼ੇ ਦੇ ਬਾਕੀ ਹਿੱਸੇ ਨੂੰ ਜਾਰੀ ਰੱਖਾਂਗੇ। ਤਦ ਤੱਕ ਦੇ ਲਈ ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਤੁਹਾਡੇ ਸਭਨਾਂ ਦੇ ਉੱਤੇ ਆਪਣੀ ਕਿਰਪਾ ਨੂੰ ਬਣਾਈ ਰੱਖੇ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।